ਤੁਸੀਂ ਸੁਣ ਰਹੇ ਹੋ ਕਰਮ ਸਿੰਘ ਹਿਸਟੋਰੀਅਨ ਦੀ ਕਿਤਾਬ ਬਾਬਾ ਆਲਾ ਸਿੰਘ ਭਾਗ ਤੀਸਰਾ ਤਾਕਤ ਦਾ ਵਾਧਾ। ਮਹਾਰਾਜਾ ਆਲਾ ਸਿੰਘ ਜੀ ਦੇ ਭਾਈ ਮੂਲ ਚੰਦ ਜੀ ਸੁਨਾਮ ਵਾਲਿਆਂ ਦੇ ਬੜੇ ਸ਼ਰਧਾਲੂ ਸਨ ਅਤੇ ਉਹਨਾਂ ਦੇ ਬਚਨਾਂ ਉੱਤੇ ਬੜਾ ਭਰੋਸਾ ਰੱਖਦੇ ਸਨ। ਇੱਕ ਵਾਰ ਇੱਕ ਗਰੀਬ ਬ੍ਰਾਹਮਣ ਭਾਈ ਮੂਲ ਚੰਦ ਜੀ ਪਾਸ ਆਇਆ ਅਤੇ ਬੇਨਤੀ ਕੀਤੀ ਕਿ ਮੈਂ ਗਰੀਬ ਹਾਂ ਅਤੇ ਮੇਰੀ ਕੰਨਿਆ ਵਰ ਪ੍ਰਾਪਤ ਹੋ ਗਈ ਹੈ, ਇਸ ਲਈ ਕੁਝ ਸਹਾਇਤਾ ਕਰਵਾ ਦੇਵੋ। ਭਾਈ ਸਾਹਿਬ ਜੀ ਬ੍ਰਾਹਮਣ ਨੂੰ ਆਪਣੇ ਨਾਲ ਲੈ ਕੇ ਬਰਨਾਲੇ ਆਏ ਅਤੇ ਮਹਾਰਾਜਾ ਆਲਾ ਸਿੰਘ ਜੀ ਨੂੰ ਕਿਹਾ ਕਿ ਇਸ ਬ੍ਰਾਹਮਣ ਨੂੰ ਜੋ ਕੋਈ ਜਿੰਨੇ ਰੁਪਏ ਦੇਵੇਗਾ ਉਸ ਨੂੰ ਕਰਤਾਰ ਉਨੇ ਹੀ ਪਿੰਡ ਦੇਵੇਗਾ। ਮਹਾਰਾਜਾ ਆਲਾ ਸਿੰਘ ਜੀ ਨੇ ਮਾਈ ਫੱਤੋ ਜੀ ਨੂੰ ਕਿਹਾ ਕਿ ਘਰ ਜੋ ਰੁਪਏ ਹਨ ਉਹਨਾਂ ਵਿੱਚੋਂ ਭਾਈ ਜੀ ਨੂੰ ਲਿਆ ਕੇ ਦੇਵੋ। ਮਾਈ ਫੱਤੋ ਜੀ ਥੈਲੀ ਹੀ ਲੈ ਆਏ ਤੇ ਸਾਈਂ ਜੀ ਦੇ ਚਰਨਾਂ ਉੱਤੇ ਰੱਖ ਦਿੱਤੀ। ਜਾਂ ਭਾਈ ਜੀ ਨੇ ਪੁੱਛਿਆ ਕਿ ਕਿੰਨੇ ਰੁਪਏ ਹਨ ਤਾਂ ਮਾਈ ਜੀ ਨੇ ਬੇਨਤੀ ਕੀਤੀ ਕਿ ਗਿਣੇ ਨਹੀਂ, ਅਣਗਿਣੇ ਹੀ ਹਨ। ਤਾਂ ਬਚਨ ਹੋਇਆ ਕਿ ਅਣਗਿਣਤ ਪਿੰਡ ਹੀ ਮਿਲਣਗੇ। ਸੰਪਤ 1784 ਬਿਕਰਮੀ ਵਿੱਚ ਮਹਾਰਾਜਾ ਆਲਾ ਸਿੰਘ ਜੀ ਨੇ ਲੌਂਗੋਵਾਲ ਦਾ ਥੇ ਜਾ ਵਸਾਇਆ ਅਤੇ ਮੌੜੀ ਗੱਡ ਕੇ ਇੱਕ ਚੁਖੰਡੀ ਵੀ ਬਣਾ ਦਿੱਤੀ। ਮਗਰੋਂ ਹੀ ਢੱਡਰੀ ਪਿੰਡ ਦਾ ਜ਼ਿਮੀਂਦਾਰ ਆਇਆ ਤੇ ਕਹਿਣ ਲੱਗਾ ਕਿ ਇਹ ਥੇ ਮੇਰਾ ਹੈ, ਮੈਂ ਹੀ ਇਸ ਨੂੰ ਆਬਾਦ ਕਰਾਂਗਾ। ਇਹ ਕਹਿ ਕੇ ਮੌੜੀ ਪੁੱਟ ਕੇ ਖੂਹ ਵਿੱਚ ਸੁੱਟ ਦਿੱਤੀ ਅਤੇ ਚੁਖੰਡੀ ਦੀ ਕੰਧ ਦਾ ਡਲਾ ਡਲਾ ਕਰ ਦਿੱਤਾ। ਮਹਾਰਾਜਾ ਆਲਾ ਸਿੰਘ ਜੀ ਸੁਨਾਮ ਭਾਈ ਮੂਲ ਚੰਦ ਜੀ ਪਾਸ ਗਏ, ਕਿਉਂਕਿ ਆਪ ਦੇ ਬਚਨ ਅਨੁਸਾਰ ਹੀ ਮਹਾਰਾਜ ਜੀ ਨੇ ਲੌਂਗੋਵਾਲ ਦੀ ਮੋੜੀ ਗੱਡੀ ਸੀ। ਤਾਂ ਬਚਨ ਹੋਇਆ ਕਿ ਤੇਰੀ ਮੋੜੀ ਦੀਆਂ ਜੜ੍ਹਾਂ ਸਗੋਂ ਪਤਾਲ ਤੱਕ ਲੱਗ ਗਈਆਂ ਹਨ ਅਤੇ ਤੇਰੀ ਚੌਖੰਡੀ ਦੀਆਂ ਜਿੰਨੀਆਂ ਢੀਮਾਂ ਹੋਈਆਂ ਹਨ ਤੁਸੀਂ ਓਨੀਆਂ ਹੀ ਗੜੀਆਂ ਦੇ ਮਾਲਕ ਬਣੋਗੇ। ਸੋ ਦੂਜੀ ਵਾਰ ਜਦ ਮੋੜੀ ਗੱਡੀ ਤਾਂ ਕਿਸੇ ਨੇ ਨਾ ਨੁੱਕਰ ਨਾ ਕੀਤੀ ਅਤੇ ਪਿੰਡ ਸੁੱਖ ਸਾਂਦ ਨਾਲ ਵਸ ਪਿਆ। ਕਿਉਂਕਿ ਇਹ ਪਿੰਡ ਸਰਹੰਦ ਉੱਤੇ ਸੀ, ਇਸ ਲਈ ਮਹਾਰਾਜਾ ਆਲਾ ਸਿੰਘ ਜੀ ਬਹੁਤਾ ਇੱਥੇ ਹੀ ਰਿਹਾ ਕਰਦੇ ਸਨ। ਭਾਈ ਦਿਆਲ ਦਾਸ ਜੀ ਭੁੱਚੋਕਿਆਂ ਵਾਲਿਆਂ ਦਾ ਆਪ ਨੂੰ ਬਚਨ ਸੀ ਕਿ ਤੁਸਾਂ ਕਿਸੇ ਦਿਨ ਨੂੰ ਰਾਜੇ ਬਣਨਾ ਹੈ। ਇਹ ਗੱਲ ਸੁਣ ਕੇ ਮਹਾਰਾਜਾ ਆਲਾ ਸਿੰਘ ਜੀ ਨੇ ਬੇਨਤੀ ਕੀਤੀ ਕਿ ਕਿਸ ਭਰਾ ਨੇ ਰਾਜਾ ਬਣਨਾ ਹੈ ਤਾਂ ਜੋ ਅਸੀਂ ਬਾਕੀ ਸਾਰੇ ਭਰਾ ਉਸ ਦੀ ਤਾਬੇਦਾਰੀ ਕਰੀਏ। 3 ਵਾਰ ਮਹਾਰਾਜਾ ਆਲਾ ਸਿੰਘ ਜੀ ਨੇ ਇਹੋ ਬੇਨਤੀ ਕੀਤੀ ਪਰ ਸੰਤ ਚਰਨਦਾਸ ਜੀ ਚੁੱਪ ਹੀ ਰਹੇ। ਤਦ ਪਾਸੋਂ ਭਾਈ ਮੂਲ ਚੰਦ ਜੀ ਨੇ ਬਚਨ ਕੀਤਾ ਕਿ ਜੋ ਪੁੱਛਦਾ ਹੈ ਉਹ ਰਾਜਾ ਹੋਵੇਗਾ। ਇਸ ਗੱਲੋਂ ਮਹਾਰਾਜ ਜੀ ਨੂੰ ਪੱਕਾ ਨਿਸ਼ਚਾ ਹੋ ਗਿਆ ਕਿ ਅਸਾਂ ਕਿਸੇ ਦਿਨ ਰਾਜੇ ਬਣ ਜਾਣਾ ਹੈ। ਇਸ ਲਈ ਉਹਨਾਂ ਨੇ ਕੋਈ ਨਵਾਂ ਪਿੰਡ ਬੰਨਣ ਦੀ ਨੀਤ ਧਾਰ ਲਈ। ਸੰਪਤ 1778 ਬਿਕਰਮੀ ਵਿੱਚ ਬੜਾ ਭਾਰਾ ਕਾਲ ਪਿਆ, ਜਿਸ ਤੇ ਲੋਕਾਂ ਨੂੰ ਇਕਲਵੰਜੇ ਦਾ ਕਾਲ ਵੀ ਭੁਲਾ ਦਿੱਤਾ ਅਤੇ 17 ਦੇ ਕਾਲ ਤੋਂ ਲੋਕੀ ਸੰਭਲੇ ਨਹੀਂ ਸਨ ਕਿ ਇਸ 78 ਦੇ ਕਾਲ ਨੇ ਬਾਕੀ ਬਸਤੀਆਂ ਨੂੰ ਵੀ ਉਜਾੜ ਦਿੱਤਾ ਅਤੇ ਸਾਰਾ ਇਲਾਕਾ ਉਜਾੜ ਹੋ ਗਿਆ। ਚੌਧਰੀਆਂ ਦੇ ਜਿੰਮੇ ਬਾਕੀ ਟੁੱਟੀਆਂ ਅਤੇ ਬਣੀ ਇਹਨਾਂ ਦੇ ਭਾ ਦੀ। ਚੌਧਰੀ ਦੁੰਨਾ ਸਿੰਘ ਮਹਾਰਾਜਾ ਆਲਾ ਸਿੰਘ ਜੀ ਨਾਲ ਬੜਾ ਸ਼ਰੀਕਾ ਰੱਖਦਾ ਸੀ ਅਤੇ ਗੱਲੋਂ ਇਹਨਾਂ ਨੂੰ ਤੰਗ ਕੀਤਾ ਰੱਖਦਾ ਸੀ। ਹੁਣ ਜਦ ਬਾਕੀ ਟੁੱਟੀ ਤਾਂ ਮਹਾਰਾਜ ਜੀ ਪਾਸੋਂ ਵੀ ਟੁੱਟੀ। ਬਾਕੀ ਦੇ ਕਾਰਨ ਸ਼ਹੀਦ ਤਾਰਾ ਸਿੰਘ ਵਾਈਆਂ ਤੇ ਆਪ ਦੇ 21 ਸਾਥੀ ਵਾਹ ਪਿੰਡ ਸ਼ਹੀਦ ਹੋਏ ਸਨ। ਉਹ ਘੋੜੀਆਂ ਲਖਮੀਰ ਸਿੰਘ ਵਲਟੋਹੀਆ ਮਹਾਰਾਜਾ ਆਲਾ ਸਿੰਘ ਜੀ ਪਾਸ ਹੀ ਵੇਚ ਗਿਆ ਸੀ। ਬਰਨਾਲੇ ਦੇ ਪਾਸ ਸੌਂਦੇ ਖਾਂ ਰਾਜਪੂਤ ਦਾ ਪਿੰਡ ਨੀਮਾ ਸੀ ਅਤੇ ਉਹ ਆਪਣੇ ਗਵਾਂਢ ਮਹਾਰਾਜ ਜੀ ਦਾ ਹੋਣਾ ਚੰਗਾ ਨਹੀਂ ਸਮਝਦਾ ਸੀ। ਉਸ ਪਾਸ 300 ਸਵਾਰ ਰਹਿੰਦੇ ਸਨ ਅਤੇ ਰਾਏਕੋਟ ਵਾਲੇ ਰਾਏ ਕਲਾਂ ਦਾ ਰਿਸ਼ਤੇਦਾਰ ਹੋਣ ਕਰਕੇ ਉਹ ਬੜੇ ਜ਼ੋਰਾਂ ਉੱਤੇ ਸੀ। ਉਹ ਕਈ ਵਾਰ ਬਰਨਾਲੇ ਦੇ ਮਾਲ ਨੂੰ ਘੇਰ ਕੇ ਲੈ ਗਿਆ ਤੇ ਕਈ ਤਰ੍ਹਾਂ ਨਾਲ ਮਹਾਰਾਜ ਜੀ ਨੂੰ ਤੰਗ ਕੀਤਾ। ਪਰ ਮਹਾਰਾਜ ਆਲਾ ਸਿੰਘ ਜੀ ਸਮਾਂ ਵਿਚਾਰ ਕੇ ਚੁੱਪ ਕਰ ਰਹਿੰਦੇ ਰਹੇ ਅਤੇ ਸੌਂਦੇ ਖਾਂ ਨਾਲ ਖੁੱਲਮ ਖੁੱਲਾ ਵਿਗਾੜ ਨਾ ਪਾਇਆ। ਸੰਪਤ 1787 ਬਿਕਰਮੀ ਵਿੱਚ ਇਸ ਦੇਸ਼ ਵਿੱਚ ਬੜਾ ਭਾਰੀ ਕਾਲ ਪਿਆ ਅਤੇ ਅਗਲੇ ਸਾਲ ਸੰਪਤ 1788 ਬਿਕਰਮੀ ਵਿੱਚ ਸੌਂਦੇ ਖਾਂ ਮਰ ਗਿਆ ਅਤੇ ਉਸ ਦਾ ਪਾਲਕ ਨਗਾਈ ਖਾਂ ਪਿੱਛੇ ਰਹਿ ਗਿਆ। ਇਹ ਨਗਾਈ ਖਾਂ ਕਿਸੇ ਹਿੰਦੂ ਜੱਟ ਦਾ ਪੁੱਤਰ ਸੀ ਤੇ ਸੌਂਦੇ ਖਾਂ ਨੇ ਉਸ ਨੂੰ ਪੁੱਤਰ ਕਰਕੇ ਪਾਲਿਆ ਸੀ। ਜਦੋਂ ਸੌਂਦੇ ਖਾਂ ਮਰ ਗਿਆ ਤਾਂ ਉਸ ਦੇ ਪੁੱਤਰਾਂ ਨੇ ਨਗਾਈ ਖਾਂ ਨੂੰ ਨੀਮੇ ਵਿੱਚੋਂ ਕੱਢ ਦਿੱਤਾ। ਸੋ ਨਗਾਈ ਖਾਂ ਵਿਚਾਰਾ ਮਹਾਰਾਜਾ ਆਲਾ ਸਿੰਘ ਜੀ ਪਾਸ ਆਣ ਨੌਕਰ ਹੋਇਆ। ਨੀਮੇ ਵਾਲਿਆਂ ਨੇ ਮਹਾਰਾਜਾ ਆਲਾ ਸਿੰਘ ਜੀ ਨਾਲ ਜੋ ਵਧੀਕੀਆਂ ਪਿੱਛੇ ਕੀਤੀਆਂ ਸਨ ਉਹਨਾਂ ਦੇ ਲੇਖੇ ਲੈਣ ਦਾ ਹੁਣ ਸੋਹਣਾ ਵੇਲਾ ਸੀ। ਮਹਾਰਾਜਾ ਜੀ ਨੇ ਨਗਾਈ ਖਾਂ ਦੇ ਨਾਲ ਕਵਰ ਸਰਦੂਲ ਸਿੰਘ ਜੀ ਨੂੰ ਕੀਤਾ ਅਤੇ ਹੁਕਮ ਦਿੱਤਾ ਕਿ ਨੀਮਾ ਮਾਰ ਕੇ ਧਰਤੀ ਨਾਲ ਰਲਾ ਦੇਵੋ। ਮਹਾਰਾਜ ਜੀ ਦੀ ਫੌਜ ਗਈ ਅਤੇ ਜਾਂਦਿਆਂ ਹੀ ਨੀਮਾ ਮਾਰ ਕੇ ਧਰਤੀ ਨਾਲ ਰਲਾ ਦਿੱਤਾ ਤੇ ਸੌਂਦੇ ਖਾਂ ਦੇ ਪੁੱਤਰਾਂ ਨੂੰ ਉਜਾੜ ਕੇ ਉਹਨਾਂ ਦੇ ਸਭ ਪਸ਼ੂ ਤੇ ਨਾਲ ਅਸਬਾਬ ਬਰਨਾਲੇ ਲੈ ਆਂਦਾ। ਇਸੇ ਤਰ੍ਹਾਂ ਮਹਾਰਾਜ ਜੀ ਨੇ ਆਪਣੀ ਉੱਨਤੀ ਦੇ ਰਾਹ ਵਿੱਚ ਜੋ ਅਟਕ ਸੀ
ਉਸ ਨੂੰ ਤਾਂ ਦੂਰ ਕਰ ਦਿੱਤਾ, ਪਰ ਮੰਝਾ ਨਾਲ ਵੈਰ ਸਹੇੜ ਲਿਆ। ਮੰਝਾ ਰਾਜਪੂਤ ਭਾਈ ਰਾਜਪੂਤਾਂ ਦੀ ਹੀ ਸ਼ਾਖ ਹਨ। ਰਾਓ ਅਲਨ ਉਸ ਵਿਜੇ ਰਾਏ ਭਾਟੀ ਦਾ ਛੋਟਾ ਭਾਈ ਸੀ, ਜਿਸ ਨਾਲ ਸੰਮਤ 1061 ਬਿਕਰਮੀ ਵਿੱਚ ਮਹਿਮੂਦ ਨੇ ਲੜਾਈ ਕੀਤੀ ਸੀ। ਰਾਓ ਅਲਨ ਆਪਣੇ ਪਿਤਾ ਦੇ ਹੀ ਸਮੇਂ ਕਿਸੇ ਗੱਲੋਂ ਗੁੱਸੇ ਹੋ ਕੇ ਪੰਜਾਬ ਵੱਲ ਆ ਗਿਆ ਸੀ ਅਤੇ ਰਾਹੋ ਸ਼ਹਿਰ ਉੱਤੇ ਕਬਜ਼ਾ ਕਰਕੇ ਇਧਰ ਦਾ ਮਾਲਕ ਬਣ ਬੈਠਾ ਸੀ। ਇਸ ਦੀ 6ਵੀਂ ਪੀੜ੍ਹੀ ਰਾਓ ਸੰਝ ਹੋਇਆ, ਜੋ ਰਾਓ ਹੇਮਹੇਲ ਦਾ ਸਮਕਾਲੀ ਸੀ। ਇਸ ਦੀ ਔਲਾਦ ਵਿੱਚੋਂ ਸ਼ੇਖੂ ਜਾਜੂ ਨੇ ਹਠੂਰ ਦੀ ਮੋੜੀ ਗੱਡੀ ਅਤੇ ਇੱਕ ਪ੍ਰਸਿੱਧ ਖਾਨਦਾਨ ਦੀ ਨੀਂਹ ਰੱਖੀ। ਇਹ ਉਹ ਸਮਾਂ ਹੈ ਜਦ ਸਤਲੁਜ ਦਰਿਆ ਬਠਿੰਡੇ ਪਾਸ ਦੀ ਵਗਿਆ ਕਰਦਾ ਸੀ। ਸੰਮਤ 1535 ਬਿਕਰਮੀ ਵਿੱਚ ਰਾਏ ਕਮਾਲ ਨੇ ਹਠੂਰੋਂ ਉੱਠ ਕੇ ਤਲਵੰਡੀ ਨੂੰ ਆਬਾਦ ਕੀਤਾ ਤੇ ਇਸ ਦਾ ਦੂਜੇ ਭਰਾ ਰਾਏ ਮਨਸੂਰ ਖਾਂ ਨੇ ਹਲਵਾਰਾ ਜਾ ਵਸਾਇਆ। ਰਾਏ ਕਮਾਲ ਦਾ ਪੁੱਤਰ ਰਾਏ ਕੱਲਾ ਹੋਇਆ। ਇਸ ਦੇ 3 ਪੁੱਤਰ ਰਾਏ ਅਹਿਮਦ, ਰਾਏ ਸ਼ਾਹਬਾਜ਼ ਅਤੇ ਫਤਿਹ ਖਾਨ ਸਨ। ਰਾਏ ਅਹਿਮਦ ਨੇ ਸੰਮਤ 1696 ਬਿਕਰਮੀ ਵਿੱਚ ਕੋਟ ਨੂੰ ਆਬਾਦ ਕੀਤਾ, ਜਿਸ ਨੂੰ ਹੁਣ ਰਾਏ ਦਾ ਕੋਟ ਆਖਦੇ ਹਨ। ਰਾਏ ਸ਼ਾਹਬਾਜ਼ ਕੋਟ ਆ ਗਿਆ, ਪਰ ਫਤਿਹ ਖਾਨ ਤਲਵੰਡੀ ਹੀ ਰਿਹਾ। ਰਾਏ ਸ਼ਾਹਬਾਜ਼ ਦਾ ਪੁੱਤਰ ਰਾਏ ਕਮਾਲਦੀਨ ਤੇ ਰਾਏ ਕਮਾਲਦੀਨ ਦਾ ਪੁੱਤਰ ਰਾਏ ਕੱਲਾ ਹੋਇਆ। ਇਹ ਛੋਟੀ ਉਮਰ ਦਾ ਹੀ ਸੀ ਕਿ ਇਸ ਦਾ ਪੁੱਤਰ ਗੁਜ਼ਰ ਗਿਆ, ਪਰ ਇਸ ਦੀ ਸਿਆਣੀ ਮਾਤਾ ਨੇ ਇਸ ਦੀ ਬਹੁਤ ਚੰਗੀ ਪਾਲਣਾ ਕੀਤੀ, ਜਿਸ ਕਰਕੇ ਵੱਡਾ ਹੋ ਕੇ ਇਹ ਆਪਣੇ ਸਮੇਂ ਦਾ ਪ੍ਰਸਿੱਧ ਆਦਮੀ ਹੋਇਆ। ਮੰਝ ਰਾਜਪੂਤਾਂ ਨੂੰ ਹਠੂਰ ਕੁਝ ਅਜਿਹਾ ਸਫਲ ਹੋਇਆ ਕਿ ਜਦ ਦੇ ਹਠੂਰ ਵਸੇ ਦਿਨੋਂ ਦਿਨ ਵੱਧਦੇ ਹੀ ਗਏ ਅਤੇ ਸਮਾਂ ਪਾ ਕੇ ਸਤਲੁਜ ਟੱਪ ਤਲਵਣ ਤੇ ਨਕੋਦਰ ਤੱਕ ਖਿੱਲਰ ਗਏ। ਔਰੰਗਜ਼ੇਬ ਦੇ ਪਿਛਲੇ ਦਿਨਾਂ ਵਿੱਚ ਕੋਟ ਨਰੰਗ ਖਾਂ ਦੇ ਵਸਨੀਕ ਈਸੇ ਖਾਂ ਮੰਝ ਦਾ ਬੜਾ ਜ਼ੋਰ ਸੀ, ਜਿਸਨੇ ਆਪਣੀ ਤਾਕਤ ਵਧਾ ਕੇ ਕੋਟ ਈਸੇ ਖਾਂ ਨੂੰ ਵਸਾਇਆ ਤੇ ਤਲਵਾਰ ਦੇ ਜ਼ੋਰ ਲੁਧਿਆਣੇ ਤੋਂ ਫਿਰੋਜ਼ਪੁਰ ਤੱਕ ਸਾਰਾ ਇਲਾਕਾ ਮੱਲ ਲਿਆ। ਇਹ ਉਹ ਸਮਾਂ ਹੈ ਜਦ ਕਿ ਫੂਲਕਿਆਂ ਦੀ ਪ੍ਰਭੂਤਾ ਦਾ ਸੂਰਜ ਲਿਸ਼ਕਣ ਹੀ ਲੱਗਾ ਸੀ। ਮਹਾਰਾਜਾ ਆਲਾ ਸਿੰਘ ਜੀ ਦਾ ਸਮਾਂ ਆਇਆ ਹੀ ਸੀ ਕਿ ਸਮੇਂ ਨੇ ਈਸੇ ਖਾਂ ਨੂੰ ਚੁੱਕ ਲਿਆ ਅਤੇ ਫੂਲਕਿਆਂ ਦੀ ਉੱਨਤੀ ਦੇ ਰਾਹ ਵਿੱਚੋਂ ਇੱਕ ਭਾਰੀ ਔਕੜ ਦੂਰ ਹੋ ਗਈ। ਪਰ ਮੰਝਾਂ ਦਾ ਜ਼ੋਰ ਹਜੇ ਵੀ ਬੜਾ ਸੀ। ਹਠੂਰ ਦੇ ਮੰਝ ਹਜੇ ਵੀ ਜਰਵਾਣੇ ਸਨ। ਤਲਵੰਡੀ ਵਿੱਚ ਫਤਿਹ ਖਾਂ ਦੀ ਔਲਾਦ ਜ਼ੋਰਾਂ ਉੱਤੇ ਸੀ। ਹਲਵਾਰੇ ਗਿਰਦੇ ਦਲੇਲ ਖਾਂ ਦਾ ਜ਼ੋਰ ਸੀ। ਮਲਸੀਆਂ ਗਿਰਦੇ ਕੁਤਬਦੀਨ ਦਾ ਤਹਿਤ ਸੀ। ਫਤਿਹਪੁਰੀਏ ਵੀ ਕੁਝ ਘੱਟ ਨਹੀਂ ਸਨ। ਨਰੰਗ ਖਾਨ ਤਲਵਲ ਗਿਰਦੇ ਦੇ 163 ਪਿੰਡ ਮੱਲੀ ਬੈਠਾ ਸੀ ਅਤੇ ਮਲਕ ਨਕੋਦਰ ਦੀ ਔਲਾਦ ਨਕੋਦਰ ਗਿਰਦੇ ਦੇ 127 ਪਿੰਡਾਂ ਵਿੱਚ ਖਿਲਰੀ ਹੋਈ ਸੀ। ਪਰ ਕੋਟ ਦਾ ਮਾਲਕ ਰਾਏ ਕੱਲਾ ਇਹਨਾਂ ਸਭਨਾਂ ਤੋਂ ਵੱਧ ਕੇ ਸੀ ਅਤੇ ਸਾਰੀ ਬਰਾਦਰੀ ਵਿੱਚ ਇਸ ਦੀ ਸਭ ਨਾਲੋਂ ਵਧੇਕ ਮਾਨਤਾ ਸੀ। ਸੌਂਦੇ ਖਾਂ ਨੀਮੇ ਵਾਲਾ ਇਸ ਦਾ ਸਕੀਰੀਦਾਰ ਸੀ, ਜੋ ਜਦ ਰਾਏ ਕੱਲੇ ਨੇ ਨੀਮੇ ਪਿੰਡ ਦਾ ਹਾਲ ਸੁਣਿਆ ਤਾਂ ਉਹ ਲਾਲੋ ਲਾਲ ਹੋ ਗਿਆ ਅਤੇ ਉਸਨੇ ਚਾਹਿਆ ਕਿ ਮੈਂ ਵੀ ਮਹਾਰਾਜ ਜੀ ਪਾਸੋਂ ਓਨਾ ਹੀ ਬਦਲਾ ਲਵਾਂ ਜਿਹਾ ਕਿ ਮਹਾਰਾਜ ਜੀ ਨੇ ਮੇਰੇ ਰਿਸ਼ਤੇਦਾਰ ਪਾਸੋਂ ਲਿਆ ਹੈ। ਰਾਏ ਕੱਲਾ ਬੜਾ ਜ਼ੋਰਦਾਰ ਆਦਮੀ ਸੀ ਅਤੇ ਤਿਹਾੜੇ ਗਿਰਦੇ ਸਭ ਇਸ ਦਾ ਹੀ ਇਲਾਕਾ ਸੀ। ਇਸ ਨੇ ਆਪਣੇ ਗਵਾਂਢੀਆਂ ਨੂੰ ਸਮਝਾਇਆ ਕਿ ਇਸ ਅੱਗ ਦੀ ਚੰਗਿਆੜੀ ਨੂੰ ਜੇਕਰ ਹੁਣੇ ਹੀ ਬੁਝਾ ਨਾ ਦਿੱਤਾ ਗਿਆ ਤਾਂ ਇਸ ਨੇ ਛੇਤੀ ਹੀ ਭਾਂਬੜ ਬਣ ਕੇ ਸਭ ਦੇ ਘਰਾਂ ਨੂੰ ਫੂਕ ਦੇਣਾ ਹੈ। ਇਸ ਲਈ ਇਹੋ ਚੰਗਾ ਹੈ ਕਿ ਇਸ ਦਾ ਹੁਣੇ ਹੀ ਕੋਈ ਪ੍ਰਬੰਧ ਕੀਤਾ ਜਾਵੇ। ਸਭ ਮੰਝਾਂ ਨੇ ਏਕਾ ਕਰ ਲਿਆ ਤੇ ਇਸ ਦੇ ਨਾਲ ਸੈਯਦ ਅਸਦ ਅਲੀ ਖਾਂ ਦੁਆਬੇ ਦਾ ਫੌਜਦਾਰ ਵੀ ਰਲ ਗਿਆ, ਕਿਉਂਕਿ ਮੰਝ ਇਸ ਦੇ ਮੁਰੀਦ ਸਨ। ਇਹ ਸੈਯਦ 5 ਗਰਾਈਆਂ ਦਾ ਵਸਨੀਕ ਸੀ। ਮੰਝ ਰਾਜਪੂਤ ਇਸ ਦੇ ਮੁਰੀਦ ਸਨ, ਇਸ ਲਈ ਇਹ ਹਲਵਾਰੇ ਆ ਵਸਿਆ। ਕਿਉਂਕਿ ਇਹ ਯੋਧਾ ਤੇ ਸੂਰਮਾ ਸੀ, ਇਸ ਲਈ ਦੁਆਬੇ ਵਿੱਚ ਜਾ ਕੇ ਤਹਿਲਕਾ ਥੰਦੂਵਾਲ ਦੇ 12 ਪਿੰਡਾਂ ਦਾ ਮਾਲਕ ਬਣ ਬੈਠਾ, ਜਿਨ੍ਹਾਂ ਨੂੰ ਪਹਿਲਾਂ ਪਹਿਲ ਮਲਕ ਨਕੋਦਰ ਨੇ ਆਬਾਦ ਕਰਕੇ ਆਪਣੇ ਥੰਦੂ ਮਰਾਸੀਆਂ ਨੂੰ ਦੇ ਦਿੱਤਾ ਸੀ। ਪਰ ਮਲਕ ਨਕੋਦਰ ਦੇ ਭਰਾ ਮਾਣਕ ਦੇਵ ਨੇ ਮਰਾਸੀਆਂ ਨੂੰ ਕੱਢ ਕੇ ਆਪ ਕਬਜ਼ਾ ਕਰ ਲਿਆ ਸੀ ਅਤੇ ਫਿਰ ਮਾਨਕ ਦੇਵ ਦੀ ਔਲਾਦ ਦੇ ਉੱਜੜ ਜਾਣ ਕਰਕੇ ਤਦੋਂ ਤੋਂ ਸੈਯਦ ਅਸਦ ਅਲੀ ਦੇ ਸਮੇਂ ਤੱਕ ਇਹ ਪਿੰਡ ਉਜੜੇ ਹੀ ਰਹੇ, ਕਿਉਂਕਿ ਕੋਈ ਰਾਜਪੂਤ ਮਰਾਸੀਆਂ ਦੀ ਦੁਰਾਸੀਸ ਦੇ ਕਾਰਨ ਇਸ ਸੁਆਣੇ ਵਿੱਚ ਵਸਣਾ ਨਹੀਂ ਸੀ ਚਾਹੁੰਦਾ। ਇਸ ਸਮੇਂ ਦਿੱਲੀ ਦੀ ਹਕੂਮਤ ਕੁਝ ਢਿੱਲੀ ਜਿਹੀ ਸੀ ਅਤੇ ਸਾਰੇ ਪੰਜਾਬ ਉੱਤੇ ਖਾਨ ਬਹਾਦਰ ਦੀ ਹਕੂਮਤ ਸੀ, ਜੋ ਥੋੜੇ ਸਾਲਾਂ ਤੋਂ ਹੀ ਆਪਣੇ ਪਿਤਾ ਦੀ ਥਾਂ ਲਾਹੌਰ ਤੇ ਮੁਲਤਾਨ ਦਾ ਸੂਬਾ ਹੋਇਆ ਸੀ। ਇਸ ਨੇ ਦੁਆਬੇ ਦੀ ਬੇਟ ਦੀ ਫੌਜਦਾਰੀ ਸੈਯਦ ਅਸਦ ਅਲੀ ਨੂੰ ਦੇ ਦਿੱਤੀ, ਜਿਸ ਨਾਲ ਇਸ ਦੀ ਮੰਝਾਂ ਵਿੱਚ ਹੋਰ ਵੀ ਇੱਜ਼ਤ ਵੱਧ ਗਈ ਅਤੇ ਮੰਝ ਵੀ ਆਪਣੇ ਮਾਨਨੀय ਸੈਯਦ ਸਾਹਿਬ ਦੀ ਤਾਕਤ ਦੇ ਵਾਧੇ ਨੂੰ ਆਪਣੀ ਤਾਕਤ ਦਾ ਵਾਧਾ ਸਮਝਣ ਲੱਗ ਪਏ। ਸੋ ਜਦ ਸਾਰੇ ਮੰਝ ਏਕਾ ਕਰਕੇ ਮਹਾਰਾਜਾ ਆਲਾ ਸਿੰਘ ਜੀ ਵੱਲ ਝੁਕੇ ਤਾਂ ਸੈਯਦ ਅਸਦ ਅਲੀ ਵੀ ਇਹਨਾਂ ਦੇ ਨਾਲ ਰਲ ਗਿਆ ਅਤੇ ਗਵਾਂਢੀ ਹੋਣ ਕਰਕੇ ਨਵਾਬ ਜਮਾਲ ਖਾਂ
ਕੋਟਲੇ ਵਾਲਾ ਵੀ ਇਹਨਾਂ ਦਾ ਸਾਥੀ ਬਣ ਗਿਆ। ਅਰਥਾਤ ਬਰਨਾਲੇ ਤੋਂ ਜਲੰਧਰ ਤੱਕ ਅਤੇ ਲੁਧਿਆਣੇ ਤੋਂ ਹਰੀਪੁਰ ਤੱਕ ਇਸ ਇਲਾਕੇ ਵਿੱਚ ਜਿੰਨੇ ਸਿਰ ਕੱਢਵੇਂ ਜ਼ੋਰਾਵਰ ਆਦਮੀ ਸਨ, ਉਹ ਆਪਣਾ ਸਾਰਾ ਮਾਨ ਤਾਨ ਲਾ ਕੇ ਅਤੇ ਆਪਣੀਆਂ ਫੌਜਾਂ ਇਕੱਠੀਆਂ ਕਰਕੇ ਮਹਾਰਾਜ ਆਲਾ ਸਿੰਘ ਜੀ ਦੀ ਬਰਨਾਲੇ ਦੀ ਗੜੀ ਨੂੰ ਸਰ ਕਰਨ ਲਈ ਵਧੇ। ਮਹਾਰਾਜ ਆਲਾ ਸਿੰਘ ਜੀ ਵੀ ਬੜੇ ਅਵੇਸਲੇ ਨਹੀਂ ਬੈਠੇ ਸਨ ਅਤੇ ਜਦ ਦਾ ਨੀਮਾ ਮਾਰਿਆ ਸੀ, ਆਪ ਸਮਝੀ ਬੈਠੇ ਸਨ ਕਿ ਅੱਜ ਭਲਕੀ ਰਾਜਪੂਤਾਂ ਦਾ ਕਹਿਰ ਸਾਡੇ ਉੱਤੇ ਟੁੱਟਣਾ ਹੈ। ਇਸ ਲਈ ਆਪ ਨੇ ਪਹਿਲਾਂ ਤੋਂ ਹੀ ਸਭ ਪ੍ਰਬੰਧ ਕਰ ਛੱਡਿਆ ਸੀ। ਮਹਾਰਾਜ ਜੀ ਚੰਗੀ ਤਰ੍ਹਾਂ ਸਮਝਦੇ ਸਨ ਕਿ ਇਸ ਤੂਫਾਨ ਨੂੰ ਕਿਸੇ ਤਕੜੇ ਹਮਾਇਤੀ ਤੋਂ ਬਿਨਾਂ ਰੋਕ ਸਕਣਾ ਔਖੀ ਗੱਲ ਹੈ। ਆਪ ਨੂੰ ਪਤਾ ਸੀ ਕਿ ਸਿੰਘਾਂ ਦੇ ਦਲ ਨੂੰ ਮੁਸਲਮਾਨੀ ਹਾਕਮਾਂ ਤੋਂ ਕਿੰਨੇ ਦੁੱਖ ਪਹੁੰਚਦੇ ਹਨ ਅਤੇ ਸਿੰਘ ਵੀ ਹਾਕਮਾਂ ਦੇ ਕਿੰਨੇ ਵੈਰੀ ਹਨ। ਸੋ ਆਪ ਨੇ ਆਪਣੀ ਹਮਾਇਤ ਉੱਤੇ ਸਿੰਘਾਂ ਦੇ ਦਲ ਨੂੰ ਲਿਆਉਣ ਦੀ ਪੱਕੀ ਸਲਾਹ ਕਰ ਲਈ। ਆਪ ਨੇ ਭਾਈ ਗੁਰਬਖਸ਼ ਸਿੰਘ ਜੀ ਨੂੰ ਆਪਣੇ ਨਾਲ ਲਿਆ ਅਤੇ ਸਿੰਘਾਂ ਦੇ ਦਲ ਨੂੰ ਲੱਭ ਕੇ ਸਾਰੀ ਗੱਲ ਜਾ ਸੁਣਾਈ। ਦਲ ਤਾਂ ਇਹੋ ਜਿਹੀ ਗੱਲ ਨੂੰ ਲੋਚਦਾ ਹੀ ਸੀ। ਉਹਨਾਂ ਭਰੋਸਾ ਦਿੱਤਾ ਕਿ ਜਦ ਲੋੜ ਹੋਵੇ ਵੇਲੇ ਸਿਰ ਸਾਨੂੰ ਮੰਗਵਾ ਲੈਣਾ। ਮਹਾਰਾਜ ਜੀ ਨੇ ਜਦ ਵੈਰੀਆਂ ਦੇ ਇਕੱਠ ਦੀ ਖਬਰ ਸੁਣੀ ਤਾਂ ਉਸੇ ਵੇਲੇ ਦਲ ਨੂੰ ਸਦਵਾ ਘੱਲਿਆ। ਰਾਏਕਿਆਂ ਦੀਆਂ ਫੌਜਾਂ ਨੇ ਆ ਕੇ ਬਰਨਾਲਾ ਘੇਰ ਲਿਆ ਤੇ ਮਹਾਰਾਜ ਆਲਾ ਸਿੰਘ ਜੀ ਕੋਟ ਦੀ ਓਟ ਲੈ ਕੇ ਵੈਰੀਆਂ ਦਾ ਟਾਕਰਾ ਕਰਨ ਲੱਗੇ ਕਿ ਇੱਕ ਪਾਸੇ ਵੱਲੋਂ 2000 ਦੀ ਗਿਣਤੀ ਵਿੱਚ ਦਲ ਵੀ ਆ ਪਿਆ ਤੇ ਆਉਂਦੇ ਸਾਰ ਹੀ ਤੁਰਕਾਨੀ ਸੈਨਾ ਨਾਲ ਜੁਟ ਪਿਆ। ਇਹ ਵੇਖ ਕੇ ਮਹਾਰਾਜਾ ਆਲਾ ਸਿੰਘ ਜੀ ਵੀ ਆਪਣੀ ਫੌਜ ਲੈ ਕੇ ਬਾਹਰ ਮੈਦਾਨ ਵਿੱਚ ਆ ਗਏ ਅਤੇ ਖੂਬ ਗਹਿ ਗੱਚ ਲੜਾਈ ਹੋਈ। ਵੈਰੀਆਂ ਦੀਆਂ ਮਾਗਵੀਆਂ ਧਾੜਾਂ ਨੇ ਜਾਨਾਂ ਹਿੱਲਣ ਵਾਲੇ ਸਿੰਘ ਸੂਰਮਿਆਂ ਦਾ ਕੀ ਟਾਕਰਾ ਕਰਨਾ ਸੀ। ਥੋੜੇ ਚਿਰ ਵਿੱਚ ਹੀ ਹਫ ਖਲੋਤੇ ਅਤੇ ਜਦ ਸੁਣਿਆ ਕਿ ਫੌਜਦਾਰ ਮਾਰਿਆ ਗਿਆ ਹੈ ਤਾਂ ਸਿਰ ਉੱਤੇ ਪੈਰ ਰੱਖ ਕੇ ਇਉਂ ਨੱਠੇ ਮਾਨੋ ਲੜਨੇ ਆਏ ਹੀ ਨਹੀਂ ਸਨ। ਸ਼੍ਰੀ ਗੁਰੂ ਜੀ ਨੇ ਖਾਲਸੇ ਨੂੰ ਜਿੱਤ ਦਿੱਤੀ। ਵੈਰੀ ਦੀ ਸਾਰੀ ਫੌਜ ਦਾ ਸਮਾਨ ਮਹਾਰਾਜਾ ਆਲਾ ਸਿੰਘ ਜੀ ਦੇ ਹੱਥ ਲੱਗਾ ਅਤੇ ਦੇਸ਼ ਵਿੱਚ ਮਹਾਰਾਜ ਜੀ ਦਾ ਅਜਿਹਾ ਧਵਾਂ ਬੈਠ ਗਿਆ ਕਿ ਇਸ ਤੋਂ ਮਗਰੋਂ ਕਿਸੇ ਆਂਢੀ ਗੁਆਂਢੀ ਨੇ ਮਹਾਰਾਜ ਜੀ ਵੱਲ ਕੌੜੀ ਨਜ਼ਰ ਨਾਲ ਵੇਖਣ ਦਾ ਹੌਸਲਾ ਨਾ ਕੀਤਾ। ਖਾਲਸਾ ਦਲ ਨੇ ਠੀਕਰੀ ਵਾਲੇ ਜਾ ਡੇਰਾ ਕੀਤਾ ਅਤੇ ਦਲ ਦੇ ਮੁਖੀ ਸਰਦਾਰ ਦੀਪ ਸਿੰਘ ਨੇ ਮਹਾਰਾਜਾ ਆਲਾ ਸਿੰਘ ਜੀ ਨੂੰ ਅੰਮ੍ਰਿਤ ਛਕਾ ਕੇ ਸਿੰਘ ਸਜਾਇਆ ਅਤੇ ਭਰੋਸਾ ਦਿੱਤਾ ਕਿ ਜਦ ਤੁਰਕਾਂ ਨਾਲ ਲੜਨ ਦੀ ਲੋੜ ਪਵੇ ਖਾਲਸੇ ਜੀ ਨੂੰ ਯਾਦ ਕਰ ਲਿਆ ਕਰਨਾ, ਖਾਲਸਾ ਜੀ ਉਹਨਾਂ ਨੂੰ ਸੋਧ ਦਿਆ ਕਰੇਗਾ। ਜਿਸ ਥਾਂ ਮਹਾਰਾਜਾ ਆਲਾ ਸਿੰਘ ਜੀ ਨੂੰ ਅੰਮ੍ਰਿਤ ਛਕਾਇਆ ਗਿਆ ਸੀ, ਕਿਉਂਕਿ ਉਹ ਥਾਂ ਮਹਾਰਾਜ ਜੀ ਦੇ ਜੀਵਨ ਦੇ ਪਲਟੇ ਦੀ ਥਾਂ ਸੀ, ਇਸ ਲਈ ਅੱਜ ਤੱਕ ਉਸ ਦੀ ਮਾਨਤਾ ਹੁੰਦੀ ਹੈ। ਇਹ ਪਹਿਲਾ ਸਮਾਂ ਹੈ ਕਿ ਮਹਾਰਾਜਾ ਆਲਾ ਸਿੰਘ ਜੀ ਨੂੰ ਖਾਲਸਾ ਦਲ ਦਾ ਪਤਾ ਲੱਗਾ ਅਤੇ ਖਾਲਸਾ ਦਲ ਨੂੰ ਮਹਾਰਾਜ ਆਲਾ ਸਿੰਘ ਦਾ। ਇਸ ਤੋਂ ਮਗਰੋਂ ਆਪੋ ਵਿੱਚ ਇੰਨਾ ਸਨੇਹ ਵੱਧ ਗਿਆ ਕਿ ਕਈ ਮੁਹਿੰਮਾਂ ਵਿੱਚ ਇੱਕ ਦੂਜੇ ਨੂੰ ਸਹਾਇਤਾ ਮਿਲਦੀ ਰਹੀ ਅਤੇ ਮਹਾਰਾਜ ਜੀ ਵੱਲੋਂ ਸ਼ੇਖੂ ਸਿੰਘ ਹਬਲਕਾ ਵਕੀਲ ਦੇ ਤੌਰ ਖਾਲਸਾ ਦਲ ਨਾਲ ਰਹਿੰਦਾ ਰਿਹਾ। ਭੂਮੀਆ ਸਿੰਘ ਮਹਾਰਾਜ ਜੀ ਦਾ ਵੱਡਾ ਪੁੱਤਰ ਸੀ ਜੋ ਆਰੰਭ ਸੰਪਤ 1788 ਬਿਖਰਮੀ ਵਿੱਚ ਬਰਨਾਲੇ ਗੁਜ਼ਰ ਗਿਆ ਤੇ ਆਪਣੇ ਪਿੱਛੇ ਬੀਬੀ ਰਾਜਿੰਦਰ ਨਾਮੇ ਇੱਕ ਮਾਸੂਮ ਬੱਚੀ ਨੂੰ ਛੱਡ ਗਿਆ। ਮਹਾਰਾਜ ਜੀ ਨੂੰ ਇਸ ਜਵਾਨੀ ਦੀ ਮੌਤ ਦਾ ਬੜਾ ਹਿਰਖ ਹੋਇਆ, ਪਰ ਭਾਈ ਮੂਲਚੰਦ ਜੀ ਤੇ ਭਾਈ ਦਿਆਲ ਸਿੰਘ ਜੀ ਦੇ ਉਪਦੇਸ਼ਾਂ ਨਾਲ ਧੀਰਜ ਬੱਝ ਗਈ ਅਤੇ ਬੀਬੀ ਰਾਜਿੰਦਰ ਨੂੰ ਆਪ ਨੇ ਬੜੇ ਪਿਆਰ ਨਾਲ ਪਾਲਿਆ। ਸਰਦਾਰ ਸੱਭਾ ਸਿੰਘ ਆਪਣੇ ਸਮੇਂ ਦਾ ਪ੍ਰਸਿੱਧ ਸੂਰਮਾ ਸੀ ਅਤੇ ਆਪ ਦਾ ਇਕਲੌਤਾ ਪੁੱਤਰ ਜੋਤ ਸਿੰਘ ਆਪਣੇ ਪਿਤਾ ਤੋਂ ਕਿਸੇ ਗੱਲੋਂ ਘੱਟ ਨਹੀਂ ਸੀ। ਰਾਏਪੁਰੀ ਦੇ ਔਲਖ ਜੱਟਾਂ ਨੇ ਸਰਦਾਰ ਸੱਭਾ ਸਿੰਘ ਕੋਲ ਆ ਕੇ ਸ਼ਿਕਾਇਤ ਕੀਤੀ ਕਿ ਪਰਲੇ ਇਲਾਕੇ ਦੇ ਆਦਮੀ ਸਾਡੀਆਂ ਘੋੜੀਆਂ ਚੁਰਾ ਲਿਜਾਂਦੇ ਹਨ। ਸਰਦਾਰ ਸੱਭਾ ਸਿੰਘ ਨੇ ਕਿਹਾ ਕਿ ਤੁਸੀਂ ਉਹਨਾਂ ਦੀਆਂ ਘੋੜੀਆਂ ਲੈ ਆਓ, ਅਸੀਂ ਉਹਨਾਂ ਨੂੰ ਮੋੜ ਕੇ ਨਹੀਂ ਦੇਵਾਂਗੇ। ਇੰਨਾ ਭਰੋਸਾ ਲੈ ਕੇ ਔਲਖ ਜੱਟ ਵੈਰੀਆਂ ਦੀਆਂ ਘੋੜੀਆਂ ਲੈ ਆਏ ਅਤੇ ਹੰਡਿਆਏ ਦੇ ਕਿਲੇ ਵਿੱਚ ਵਾੜ ਦਿੱਤੀਆਂ। ਸਰਦਾਰ ਸੱਭਾ ਸਿੰਘ ਨੇ ਇਹਨਾਂ ਜੱਟਾਂ ਨੂੰ ਕਿਲੇ ਦੇ ਪਾਸ ਹੀ ਵਸ ਪੈਣ ਦੀ ਆਗਿਆ ਦੇ ਦਿੱਤੀ। ਸੋ ਹੁਣ ਤੱਕ ਉਹਨਾਂ ਦੀ ਪੱਤੀ ਕਿਲੇ ਵਾਲੀ ਪੱਤੀ ਅਖਵਾਉਂਦੀ ਹੈ। ਇਹਨਾਂ ਘੋੜਿਆਂ ਵਿੱਚ ਦੀਵਾਨੇ ਫਕੀਰਾਂ ਦੀਆਂ ਵੀ ਕੁਝ ਘੋੜੀਆਂ ਸਨ। ਉਹ ਖੋਜ ਕੱਢਦੇ ਹੰਡਿਆਏ ਆ ਗਏ ਅਤੇ ਆਪਣੀਆਂ ਘੋੜੀਆਂ ਸਰਦਾਰ ਸੱਭਾ ਸਿੰਘ ਪਾਸੋਂ ਮੰਗੀਆਂ। ਸਰਦਾਰ ਸੱਭਾ ਸਿੰਘ ਨੇ ਕਿਹਾ, ਕਿਲੇ ਵਿੱਚੋਂ ਜਾ ਕੇ ਆਪ ਫੜ ਲਵੋ। ਉਹਨਾਂ ਕਿਹਾ, ਅਸੀਂ ਆਪ ਤਾਂ ਜਾ ਕੇ ਫੜਾਂਗੇ ਨਹੀਂ, ਤੁਸੀਂ ਆਪ ਲਿਆ ਕੇ ਦੇਵੋ। ਸਰਦਾਰ ਸੱਭਾ ਸਿੰਘ ਨੇ ਕਿਹਾ, ਅਸੀਂ ਤਾਂ ਲਿਆ ਕੇ ਦਿੰਦੇ ਨਹੀਂ ਕਿਉਂਕਿ ਅਸਾਂ ਬਚਨ ਦਿੱਤਾ ਹੋਇਆ ਹੈ, ਪਰ ਤੁਸੀਂ ਆਪ ਜਾ ਕੇ ਫੜ ਲਓ ਤਾਂ ਅਸੀਂ ਤੁਹਾਨੂੰ ਵੀ ਨਹੀਂ ਰੋਕਦੇ। ਦੀਵਾਨਿਆਂ ਨੇ ਹੱਠ ਕੀਤਾ ਤੇ ਕਿਲੇ ਦੇ ਦਰਵਾਜ਼ੇ ਅੱਗੇ ਧਰਨਾ ਮਾਰ ਕੇ ਬੈਠ ਗਏ। ਸਰਦਾਰ ਸੱਭਾ ਸਿੰਘ ਨੇ ਵੀ ਜਿੱਦ ਨਾ ਛੱਡੀ, ਜਿਸ ਦਾ ਫਲ ਇਹ ਹੋਇਆ ਕਿ ਇੱਕ ਦੀਵਾਨਾ ਫਕੀਰ ਭੁੱਖ ਦੇ ਦੁੱਖੋਂ ਮਰ ਗਿਆ ਤੇ ਬਾਕੀਆਂ ਨੇ ਧਰਤੀ ਉੱਤੇ ਦੁਹੱਥੜ ਮਾਰ ਕੇ ਦੁਰਾਸੀਸ ਦਿੱਤੀ ਕਿ ਸਭੇ ਗੱਬਿਓ ਵੱਡੇ ਤੂੰ ਔਤ ਹੀ ਜਾਏਗਾ। ਸਰਦਾਰ ਸੱਭਾ ਸਿੰਘ ਨੇ ਆਖਿਆ ਕਿ ਮੈਂ ਭਾਵੇਂ ਔਤ ਹੀ ਜਾਵਾਂ, ਪਰ ਜੋ ਬਚਨ ਕਰ ਚੁੱਕਾ ਹਾਂ ਉਸ ਤੋਂ ਨਹੀਂ ਫਿਰਾਂਗਾ ਤੇ ਸ਼ਰਨ ਆਏ ਦੀਆਂ ਬਾਹਾਂ ਆਪਣੇ ਹੱਥੀਂ ਨਹੀਂ ਫੜਾਂਗਾ। ਕਰਤਾਰ ਦਾ ਭਾਣਾ ਐਸਾ ਹੋਇਆ ਕਿ ਸੰਪਤ 1791 ਬਿਕਰਮੀ ਵਿੱਚ ਜੋਤ ਸਿੰਘ ਗੁਜ਼ਰ ਗਿਆ। ਇਸ ਜਵਾਨੀ ਦੀ ਮੌਤ ਦਾ ਸਰਦਾਰ ਸੱਭਾ ਸਿੰਘ ਉੱਤੇ ਬੜਾ ਅਸਰ ਹੋਇਆ। ਸਰਦਾਰ ਸੱਭਾ ਸਿੰਘ ਦੀਆਂ ਸਭ ਕਮਾਈਆਂ
ਮਿੱਟੀ ਨਾਲ ਮਿਲ ਗਈਆਂ। ਆਪ ਨੇ ਇਸੇ ਸਾਲ ਬੜੇ ਚਾਅ ਨਾਲ ਹੰਢਾਇਆ ਪੱਕਾ ਖੂਹ ਲਗਵਾਇਆ ਸੀ, ਪਰ ਹੁਣ ਜਾਇਦਾਦਾਂ ਆਪ ਨੂੰ ਵੱਢ-ਵੱਢ ਖਾਵੇ। ਆਪ ਦੁਨੀਆ ਵੱਲੋਂ ਨਿਰਾਸ਼ ਹੋ ਗਏ ਅਤੇ ਰੋਜ਼ ਘੁਲ-ਘੁਲ ਕੇ ਮਾੜੇ ਹੋਣ ਲੱਗ ਗਏ। ਕਹਿੰਦੇ ਹਨ ਕਿ ਸਰਦਾਰ ਸੱਭਾ ਸਿੰਘ ਹਰ ਮਹੀਨੇ ਆਪਣੇ ਆਪ ਨੂੰ ਤੋਲਿਆ ਕਰਦਾ ਸੀ। ਆਪ ਦਾ ਜੋਧ ਸਿੰਘ ਦੇ ਗੁਜ਼ਰਨ ਤੋਂ ਪਹਿਲਾਂ 15 ਮਣ ਕੱਚਾ ਭਾਰ ਸੀ, ਪਰ ਪੁੱਤਰ ਦੇ ਮਰਨ ਨਾਲ ਹੀ 14 ਮਣ ਰਹਿ ਗਿਆ। ਸੱਚ ਹੈ, ਜਵਾਨ ਪੁੱਤਰਾਂ ਦੀ ਮੌਤ ਦੇ ਦੁੱਖ ਅਜਿਹੇ ਹੁੰਦੇ ਹਨ।